ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲਖੀਮਪੁਰ ਖੀਰੀ ਹਿੰਸਾ, ਇਨਸਾਫ ਵਿੱਚ ਦੇਰੀ। ਦੋਸਤੋ ਜਿਵੇਂ ਕਿ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ ਕਿ ਜਦੋਂ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਚੱਲ ਰਿਹਾ ਸੀਗਾ, ਜਿਹੜਾ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੀ ਬਰੂਹਾਂ ਤੇ ਬੈਠੇ ਸੀ, ਤਾਂ ਉਸ ਸਮੇਂ ਕਿਸਾਨਾਂ ਵੱਲੋਂ ਜਿਹੜਾ ਹੈਗਾ ਸਾਰੀ ਭਾਜਪਾ ਆਗੂਆਂ ਦਾ ਸਭ ਜਿੰਨੇ ਉਹਨਾਂ ਦੇ ਵਿਧਾਇਕ ਨੇ, ਸੰਸਦ ਮੈਂਬਰ ਨੇ, ਸਭ ਦਾ ਬਾਈਕਾਟ ਕੀਤਾ ਹੋਇਆ ਸੀ, ਉਹਨਾਂ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਤਾਂ ਉਸੇ ਦੌਰਾਨ ਜਿਹੜਾ ਹੈਗਾ 3 ਅਕਤੂਬਰ 2021 ਨੂੰ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਦਰਦਨਾਕ ਘਟਨਾ ਵਾਪਰੀ ਸੀ, ਜਦੋਂ ਕਿ ਇੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵੱਲੋਂ ਜਿਹੜਾ ਆਪਣੀ ਗੱਡੀ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜਿਹੜਾ ਹੈਗਾ ਦਰੜ ਦਿੱਤਾ ਸੀਗਾ, ਜਿਸ ਦੀ ਗੱਡੀ ਹੇਠਾਂ ਆਉਣ ਨਾਲ 3 ਕਿਸਾਨਾਂ ਦੀ ਮੌਤ ਹੋ ਗਈ ਸੀ, ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਉਸ ਘਟਨਾ ਨੂੰ ਜਿਹੜਾ ਹੈਗਾ ਲੈ ਕੇ ਬਹੁਤ ਲੰਬਾ ਸਮਾਂ ਵਿਵਾਦ ਚੱਲਿਆ, ਕਿਉਂਕਿ ਪੁਲਿਸ ਪਹਿਲਾਂ ਤਾਂ ਉਸ ਮਾਮਲੇ ਦੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ, ਕੋਈ ਜਾਂਚ ਨੂੰ ਤਿਆਰ ਨਹੀਂ ਸੀ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਨਾਮਜ਼ਦ ਕਰਨ ਲਈ ਤਿਆਰ ਨਹੀਂ ਸੀ। ਪਰ ਕਿਸਾਨਾਂ ਦੇ ਰੋਹ ਦੇ ਅੱਗੇ ਚੱਲਦਿਆਂ ਪੁਲਿਸ ਨੂੰ ਝੁਕਣਾ ਪਿਆ, ਸਰਕਾਰਾਂ ਨੂੰ ਝੁਕਣਾ ਪਿਆ, ਤੇ ਆਖਿਰਕਾਰ ਜਿਹੜਾ ਹੈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ, ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਉਸ ਕੇਸ 'ਚ ਨਾਮਜ਼ਦ ਕੀਤਾ ਗਿਆ ਸੀ। ਪਰ ਵੱਡੀ ਗੱਲ ਇਹ ਖੜੀ ਹੁੰਦੀ ਹੈ ਵੀ ਕਿ ਇਸ ਘਟਨਾ ਨੂੰ ਭਾਵੇਂ ਹੁਣ ਜਿਹੜਾ ਹੈਗਾ ਲਗਭਗ 1.25 ਸਾਲ ਬੀਤ ਗਿਆ, ਪਰ ਹਾਲੇ ਤੱਕ ਜਿਹੜਾ ਹੈਗਾ ਪ੍ਰਦਰਸ਼ਨਕਾਰੀਆਂ ਨੂੰ ਜਾਂ ਪੀੜਤ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ, ਤੇ ਨਾ ਹੀ ਇਹ ਇਨਸਾਫ ਹਲੇ ਮਿਲਦਾ ਦਿਖਾਈ ਦੇ ਰਿਹਾ। ਜੋ ਗੱਲਾਂ ਸਾਹਮਣੇ ਆ ਰਹੀਆਂ ਨੇ, ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਵੀ ਕਿ ਹਲੇ ਪੀੜਤਾਂ ਨੂੰ ਇਨਸਾਫ ਲਈ ਬਹੁਤ ਸਮਾਂ ਜਿਹੜਾ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਇਸ ਇਨਸਾਫ ਨੂੰ ਬਹੁਤ ਦੇਰੀ ਲੱਗੇਗੀ। ਜੇ ਗੱਲ ਕਰੀਏ ਤਾਂ ਪਹਿਲਾਂ ਉਸੀ ਕੇਸ ਤੇ ਆਈਏ ਤਾਂ ਦੱਸੀਏ ਵੀ ਕਿ 3 ਅਕਤੂਬਰ 2021 ਨੂੰ ਕਿਸਾਨਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ, ਉਹਨਾਂ ਵੱਲੋਂ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਜਿਹੜਾ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਸੀ, ਉਸੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਜਿਹੜਾ ਆਸ਼ੀਸ਼ ਮਿਸ਼ਰਾ ਆਪਣੇ ਜਿਹੜਾ ਹੋਰ ਗੱਡੀਆਂ ਦੇ ਨਾਲ ਕਾਫਲੇ ਦੇ ਵਿੱਚ ਆਉਂਦਾ ਹੈ ਤੇ ਉਹ ਕਿਸਾਨਾਂ ਨੂੰ ਕਿਵੇਂ ਦਰੜ ਕੇ ਲੰਘ ਜਾਂਦਾ ਹੈ, ਜਿਹੜਾ ਉਹ ਬਹੁਤ ਹੀ ਦਰਦਨਾਕ ਘਟਨਾ ਸੀ। ਤੇ ਦਰਦਨਾਕ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਤੇ ਜਿਹੜਾ ਹੈਗਾ ਵੱਡੇ ਪੱਧਰ ਤੇ ਸਵਾਲ ਉੱਠੇ ਸੀ, ਕਿਉਂਕਿ ਇੱਕ ਚੀਜ਼ ਸ਼ਰੇਆਮ ਸੀਗੀ ਵੀ ਕਿ ਸਾਰੀਆਂ ਵੀਡੀਓਜ਼ ਦੇ ਵਿੱਚ ਜਾਂ ਹੋਰ ਤੱਥ ਦੱਸ ਰਹੇ ਸੀਗੇ ਵੀ ਕਿ ਉਸ ਗੱਡੀ ਦੇ ਵਿੱਚ ਜਿਹੜਾ ਆਸ਼ੀਸ਼ ਮਿਸ਼ਰਾ ਸਵਾਰ ਸੀ, ਪਰ ਪੁਲਿਸ ਆਸ਼ੀਸ਼ ਮਿਸ਼ਰਾ ਖਿਲਾਫ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ। ਤੇ ਆਖਿਰਕਾਰ ਕਿਸਾਨਾਂ ਨੇ ਇੱਕ ਵੱਡਾ ਸੰਘਰਸ਼ ਕੀਤਾ, ਇੱਕ ਵੱਡੀ ਲੜਾਈ ਲੜੀ ਤੇ ਪੁਲਿਸ ਨੂੰ ਝੁਕਣਾ ਪਿਆ ਤੇ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਉਸ ਕੇਸ 'ਚ ਨਾਮਜ਼ਦ ਕੀਤਾ ਗਿਆ। ਤੇ ਉਸ ਕੇਸ ਦੀ ਸੁਣਵਾਈ ਬਹੁਤ ਹੀ ਹੌਲੀ ਹੌਲੀ ਹੋ ਰਹੀ ਸੀਗੀ, ਤੇ ਸੁਪਰੀਮ ਕੋਰਟ ਤੱਕ ਜਿਹੜਾ ਹੈਗਾ ਉਸ ਕੇਸ 'ਚ ਦਖਲ ਦੇਣਾ ਪਿਆ ਸੁਪਰੀਮ ਕੋਰਟ ਨੂੰ। ਤੇ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਵੀ ਰਾਮੂ ਸੁਬਰਮਨੀਅਮ ਨੇ ਉਸ ਕੇਸ ਤੇ ਜਿਹੜਾ ਹੈਗਾ ਟਿੱਪਣੀ ਦਿੱਤੀ ਆ। ਉਹਨਾਂ ਨੇ ਉੱਥੇ ਦੀ ਲੋਕਲ ਜਿਹੜੀ ਜ਼ਿਲ੍ਹਾ ਅਦਾਲਤ ਹੈ ਜਿੱਥੇ ਇਹ ਕੇਸ ਸੁਣਵਾਈ ਅਧੀਨ ਸੀ, ਉਸ ਨੂੰ ਜਿਹੜਾ ਹੈਗਾ ਲਿਖ ਕੇ ਉੱਥੇ ਦੇ ਜੱਜ ਨੂੰ ਪੁੱਛਿਆ ਵੀ ਜੇਕਰ ਇਸ ਕੇਸ ਦੀ ਸੁਣਵਾਈ ਕੀਤੀ ਜਾਂਦੀ ਹੈ ਤੇ ਹੋਰਨਾਂ ਸਾਰੇ ਜਿਹੜੇ ਅਦਾਲਤ ਕੋਲ ਕੇਸ ਚੱਲ ਰਹੇ ਨੇ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਡਿਸਟਰਬ ਕੀਤੇ, ਉਹਨਾਂ ਦੀ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਂਦੇ ਹੋਏ ਜੇ ਇਸ ਕੇਸ ਤੇ ਸੁਣਵਾਈ ਕੀਤੀ ਜਾਵੇ ਤਾਂ ਜਿਹੜਾ ਹੈਗਾ ਕਿੰਨੇ ਸਮੇਂ 'ਚ ਇਸ ਦੀ ਸੁਣਵਾਈ ਹੋਵੇਗੀ। ਤਾਂ ਅਦਾਲਤ ਦਾ ਜਿਹੜਾ ਇੱਕ ਲੈਟਰ ਲਿਖ ਕੇ ਉਹਨਾਂ ਨੇ ਜਵਾਬ ਦਿੱਤਾ। ਜਵਾਬ ਬੜਾ ਹੈਰਾਨੀਜਨਕ ਰਿਹਾ, ਕਿਉਂਕਿ ਉੱਥੇ ਦੇ ਵਧੀਕ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਇਹ ਪੱਤਰ ਦੇ ਵਿੱਚ ਲਿਖਿਆ ਵੀ ਜੇ ਇਸ ਕੇਸ ਦੀ ਸੁਣਵਾਈ ਜਿਹੜਾ ਹੈਗਾ ਰੂਟੀਨ ਬੇਸਿਸ 'ਤੇ ਕੀਤੀ ਜਾਵੇ, ਹੋਰਨਾਂ ਕੇਸਾਂ ਨੂੰ ਬਿਨਾਂ ਪ੍ਰਭਾਵਿਤ ਕੀਤੇ ਕਰਕੇ ਜਿਹੜਾ ਹੈਗਾ ਕੀਤੀ ਜਾਵੇ, ਤਾਂ 5 ਸਾਲ ਦਾ ਸਮਾਂ ਜਿਹੜਾ ਹੈਗਾ ਇਸ ਕੇਸ ਦੀ ਸੁਣਵਾਈ ਨੂੰ ਲੱਗ ਸਕਦਾ ਵੀ ਕਿ ਇਹ ਵਧੀਕ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਦੱਸਿਆ। ਇਸ ਤੋਂ ਪਤਾ ਲੱਗਦਾ ਵੀ ਕਿ ਇਹ ਤਾਂ ਜਿਹੜਾ ਹੈਗਾ ਉੱਥੇ ਦੇ ਵਧੀਕ ਸੈਸ਼ਨ ਜੱਜ ਨੇ ਕਿਹਾ ਵੀ ਕਿ 5 ਸਾਲ ਲੱਗ ਸਕਦੇ ਨੇ, ਕੀ ਪਤਾ ਇਸ ਤੋਂ ਵੱਧ ਵੀ ਸਮਾਂ ਲੱਗੇ, ਕਿਉਂਕਿ ਉਹਨਾਂ ਨੇ ਪੱਤਰ ਦੇ ਵਿੱਚ ਸਪਸ਼ਟ ਤੌਰ ਤੇ ਜਿਹੜਾ ਹੈਗਾ ਇੱਕ ਚੀਜ਼ ਜ਼ਿਕਰ ਕੀਤਾ, ਉਸ ਚੀਜ਼ ਨੂੰ ਮੈਂਸ਼ਨ ਕੀਤਾ ਵੀ ਕਿ ਇਸ ਕੇਸ ਦੇ ਵਿੱਚ ਗਵਾਹਾਂ ਦੀ ਗਿਣਤੀ ਬਹੁਤ ਵੱਡੀ ਹੈ। ਕਿਉਂਕਿ ਉਹਨਾਂ ਨੇ ਦੱਸਿਆ ਅਦਾਲਤ ਨੇ ਸੁਪਰੀਮ ਕੋਰਟ ਨੂੰ ਵੀ ਕਿ ਇਸ ਕੇਸ ਦੇ ਵਿੱਚ 208 ਗਵਾਹ ਨੇ, ਜੇ ਗੱਲ ਕਰੀਏ ਤਾਂ 171 ਦਸਤਾਵੇਜ਼ ਨੇ ਤੇ 27 ਰਿਪੋਰਟਾਂ ਜਿਹੜੀਆਂ ਫੋਰੈਂਸਿਕ ਸਾਇੰਸ ਲੈਬੋਰੇਟਰੀਆਂ FSL ਦੀਆਂ ਨੇ, ਵੀ ਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਧਿਆਨ ਕਰਨ 'ਚ, ਸੁਣਵਾਈ ਕਰਨ 'ਚ ਇੰਨਾ ਕੁ ਸਮਾਂ ਲੱਗ ਸਕਦਾ। ਪਰ ਗੱਲ ਇਹੀ ਹੈ ਵੀ ਕਿ ਕੀ ਜਿਹੜਾ ਵਧੀਕ ਸੈਸ਼ਨ ਜੱਜ ਇਹ ਜਵਾਬ ਦੇ ਰਹੇ ਨੇ ਜਾਂ ਸੁਪਰੀਮ ਕੋਰਟ ਨੂੰ ਦੱਸ ਰਹੇ ਨੇ ਇਹ ਕੇਸ ਦੀ ਸੁਣਵਾਈ 5 ਸਾਲਾਂ 'ਚ ਹੋ ਜਾਏਗੀ, ਇਸ 'ਤੇ ਬੜੇ ਸਵਾਲ ਖੜੇ ਹੋ ਰਹੇ ਨੇ।
ਤੇ ਜਿਹੜਾ ਹੈਗਾ ਕਾਨੂੰਨ ਮਾਹਰ ਜਿੰਨੇ ਵੀ ਨੇ ਉਹ ਇਹੀ ਗੱਲ ਦਾ ਦਾਅਵਾ ਕਰ ਰਹੇ ਨੇ ਵੀ ਕਿ ਜੇ ਅਦਾਲਤ ਅੱਜ ਮੰਨ ਰਹੀ ਹੈ ਵੀ ਕਿ 5 ਸਾਲ ਲੱਗ ਸਕਦੇ ਨੇ, ਤਾਂ 5 ਸਾਲ ਨਹੀਂ, ਇਸ ਕੇਸ ਦੀ ਸੁਣਵਾਈ ਨੂੰ ਹੋਰ ਵੀ ਵੱਧ ਸਮਾਂ ਲੱਗ ਸਕਦਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਆਖਿਰਕਾਰ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਸਾਫ ਲਈ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਇਹ ਵੀ ਨਹੀਂ ਭੁੱਲਣਾ ਚਾਹੀਦਾ ਇਹ ਕੋਈ ਛੋਟਾ ਮੋਟਾ ਕੇਸ ਨਹੀਂ ਹੈ। ਇਹ ਜਿਹੜਾ ਹੈਗਾ ਭਾਰਤ ਦੇਸ਼ ਦੇ ਵਿੱਚ ਪ੍ਰਸਿੱਧ ਕੇਸ ਹੈ, ਕਿਉਂਕਿ ਕਿਸਾਨ ਅੰਦੋਲਨ ਸਮੇਂ ਇਹੋ ਜਿਹੀ ਦਰਦਨਾਕ ਘਟਨਾ ਵਾਪਰੀ ਸੀ, ਤੇ ਦਰਦਨਾਕ ਘਟਨਾ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦਾ ਪੁੱਤਰ ਸ਼ਾਮਲ ਸੀਗਾ ਸਿੱਧੇ ਤੌਰ ਤੇ, ਜਿਸ ਨੂੰ ਨਾਮਜ਼ਦ ਕੀਤਾ ਗਿਆ। ਤਾਂ ਇਸ ਕਰਕੇ ਸਵਾਲ ਖੜੇ ਹੋ ਰਹੇ ਨੇ ਵੀ ਕਿ ਇੰਨੇ ਪ੍ਰਸਿੱਧ ਕੇਸਾਂ ਨੂੰ ਵੀ ਜਿਹੜਾ ਹੈਗਾ ਅਦਾਲਤਾਂ ਵਿੱਚ ਇੰਨਾ ਸਮਾਂ ਲੱਗੇਗਾ, ਤਾਂ ਹੋਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਦੋਂ ਇਨਸਾਫ ਮਿਲੇਗਾ, ਕਦੋਂ ਜਿਹੜਾ ਹੈਗਾ ਉਹਨਾਂ ਦੇ ਕੇਸਾਂ ਦੀ ਸੁਣਵਾਈ ਹੋਵੇਗੀ। ਤਾਂ ਇਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪਰ ਜੇ ਗੱਲ ਕਰੀਏ ਇਸ ਸਾਰੇ ਮਾਮਲੇ ਤੇ ਪੁਲਿਸ ਦੀ ਜਾਂਚ ਤੇ, ਤਾਂ ਇੱਕ ਚੀਜ਼ ਨਿਕਲ ਕੇ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਵੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਤਫਤੀਸ਼ੀ ਕਰਨ ਦਾ ਸਿਸਟਮ ਹੈ ਜਿਹੜਾ ਇਹ ਬਹੁਤ ਹੀ ਗੁੰਝਲਦਾਰ ਹੈ, ਬਹੁਤ ਹੀ ਜਿਹੜਾ ਹੈਗਾ ਉਲਝਿਆ ਹੋਇਆ ਸਿਸਟਮ ਬਣਿਆ ਹੋਇਆ। ਕਿਉਂਕਿ ਜਿਹੜਾ ਹੈਗਾ ਇਸ ਵਿੱਚ ਪੁਲਿਸ ਵੱਲੋਂ ਵੱਡੇ ਵੱਡੇ ਚਲਾਨ ਪੇਸ਼ ਕੀਤੇ ਜਾਂਦੇ ਨੇ, ਹੋਰ ਜਿਹੜਾ ਹੈਗਾ ਇਸ 'ਚ ਕੰਮ ਪੱਖ ਰੱਖੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੇਸਾਂ 'ਚ ਲੰਬੀ ਸੁਣਵਾਈ ਜਿਹੜਾ ਹੈਗਾ ਆਪਣੇ ਆਪ ਹੁੰਦੀ ਜਾਂਦੀ ਹੈ। ਜੇ ਵਿਸ਼ੇਸ਼ ਤੌਰ 'ਤੇ ਇਸੇ ਘਟਨਾ ਦੀ ਗੱਲ ਕਰੀਏ ਤਾਂ ਇਸ ਘਟਨਾ ਦੇ ਮੁੱਖ ਤੌਰ 'ਤੇ ਦੋ ਪਹਿਲੂ ਜਿਹੜਾ ਹੈਗਾ ਦੇਖਣ ਨੂੰ ਮਿਲਦੇ ਨੇ। ਇਹ ਘਟਨਾ ਦੋ ਤਰੀਕਿਆਂ ਨਾਲ ਦੇਖੀ ਜਾ ਸਕਦੀ ਹੈ, ਕਿਉਂ ਉਸ ਸਮੇਂ ਦੋ ਵਾਰਦਾਤਾਂ ਵਾਪਰੀਆਂ ਸੀ। ਪਹਿਲੀ ਘਟਨਾ ਜਿਸ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਆਉਂਦਾ ਹੈ ਗੱਡੀ ਦੇ ਵਿੱਚ, ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਦਰੜ ਕੇ ਚਲਾ ਜਾਂਦਾ ਹੈ, ਜਿਸ ਕਰਕੇ 3 ਕਿਸਾਨਾਂ ਦੀ ਤੇ ਇੱਕ ਪੁੱਤਰ ਦੀ, ਇੱਕ ਜਰਨਲਿਸਟ ਦੀ ਮੌਤ ਹੋ ਜਾਂਦੀ ਹੈ, ਇੱਕ 4 ਜਣਿਆਂ ਦੀ ਮੌਤ ਹੋ ਜਾਂਦੀ ਹੈ। ਪਹਿਲੀ ਘਟਨਾ ਤਾਂ ਇਹ ਵਾਪਰੀ ਸੀ। ਜੇ ਦੇਖੀਏ ਤਾਂ ਇਸ ਘਟਨਾ ਦੇ ਵਿੱਚ ਜਿਹੜਾ ਹੈਗਾ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਵੀ ਕਿ ਕਿਵੇਂ ਇਹ ਵਨ ਸਾਈਡਡ ਚੀਜ਼ ਸੀ ਵੀ ਕਿ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ, ਦੂਜੇ ਪਾਸੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਗੱਡੀ ਵਿੱਚ ਆਉਂਦਾ ਹੈ, ਪ੍ਰਦਰਸ਼ਨਕਾਰੀਆਂ ਨੂੰ ਕੁਚਲਦੇ ਹੋਏ ਦਰੜਦੇ ਹੋਏ ਜਿਹੜਾ ਹੈਗਾ ਅੱਗੇ ਲੰਘ ਜਾਂਦਾ ਹੈ। ਤਾਂ ਇਸ ਦੇ ਵਿੱਚ ਕੋਈ ਇੰਨੇ ਵੱਡੇ ਗਵਾਹਾਂ ਦੀ ਇੰਨੀ ਵੱਡੀ ਗਿਣਤੀ 'ਚ ਜਿਹੜਾ ਹੈਗਾ ਹੋਰ ਦਸਤਾਵੇਜ਼ਾਂ ਦੀ ਲੋੜ ਨਹੀਂ ਲੱਗਦੀ। ਜੇ ਦੂਜੀ ਗੱਲ ਕਰੀਏ ਤਾਂ ਦੂਜੀ ਘਟਨਾ ਸੀਗੀ ਵੀ ਕਿ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਤੋਂ ਤੁਰੰਤ ਬਾਅਦ ਜਿਹੜਾ ਹੈਗਾ ਗੁੱਸੇ ਵਿੱਚ ਆਏ ਕਿਸਾਨ ਜਿਹੜੇ ਨੇ ਉਹ ਰਿਐਕਸ਼ਨ ਕਰਦੇ ਨੇ। ਉਹ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਗੱਡੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗੱਡੀ ਦੇ ਕਾਫਲੇ ਦੇ ਨਾਲ ਜਿਹੜਾ ਹੋਰ ਕਾਫਲੇ 'ਚ ਗੱਡੀਆਂ ਸੀ ਉਸ 'ਤੇ ਹਮਲਾ ਕਰਦੇ ਨੇ। ਉਸ ਦੌਰਾਨ 3 ਹੋਰ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਭਾਜਪਾ ਨਾਲ ਸੰਬੰਧਿਤ ਦੱਸੇ ਜਾਂਦੇ ਨੇ, ਕਿਉਂਕਿ ਉਹਨਾਂ ਦੇ ਕਾਫਲੇ ਦੇ ਵਿੱਚ ਸੀਗੇ। ਤਾਂ ਇਹ 2 ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਜੇ ਦੂਜੀ ਘਟਨਾ ਦੇ ਵਿੱਚ ਦੇਖੀਏ ਤਾਂ ਉੱਥੇ ਜ਼ਰੂਰ ਕਈ ਤੱਥ ਜਿਹੜਾ ਹੈਗਾ ਦੇਖੇ ਜਾ ਸਕਦੇ ਨੇ, ਕਿਉਂਕਿ ਗੁੱਸੇ 'ਚ ਆਏ ਕਿਸਾਨਾਂ ਨੇ ਕਿਸ ਢੰਗ ਨਾਲ ਜਿਹੜਾ ਹੈਗਾ ਜਵਾਬ ਦਿੱਤਾ ਹੈ, ਜਵਾਬ ਦੇਣ ਤੋਂ ਬਾਅਦ ਕੀ ਹਮਲਾ ਹੋਇਆ, ਕਿਸ ਕੌਣ ਹਮਲੇ 'ਚ ਸ਼ਾਮਲ ਸੀਗਾ। ਉੱਥੇ ਤਾਂ ਇਹ ਪਹਿਲੂ ਮੰਨੇ ਜਾ ਸਕਦੇ ਨੇ ਵੀ ਕਿ ਉੱਥੇ ਗਵਾਹਾਂ ਦੀ ਪਛਾਣ ਕਰਨੀ, ਉਹਨਾਂ ਤੋਂ ਪੁੱਛਗਿੱਛ ਕਰਨੀ, ਉਹਨਾਂ ਤੋਂ ਕ੍ਰਾਸ ਐਗਜ਼ਾਮੀਨੇਸ਼ਨ, ਇਹਨਾਂ ਸਾਰੀ ਚੀਜ਼ਾਂ ਨੂੰ ਇੱਕ ਸਮਾਂ ਲੱਗ ਸਕਦਾ। ਪਰ ਜੇ ਗੱਲ ਕਰੀਏ ਪਹਿਲੀ ਘਟਨਾ ਦੇ ਵਿੱਚ ਵੀ ਕਿ ਪਿੱਛੋਂ ਗੱਡੀ ਆਉਂਦੀ ਹੈ, ਪ੍ਰਦਰਸ਼ਨਕਾਰੀਆਂ ਨੂੰ ਕੁਚਲ ਕੇ ਜਿਹੜਾ ਹੈਗਾ ਲੰਘ ਗਈ, ਉਸ 'ਚ ਤਾਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ, ਕਿਸੇ ਨੂੰ ਜਿਹੜਾ ਹੈਗਾ ਸ਼ਨਾਖਤ ਦੀ ਲੋੜ ਨਹੀਂ ਹੈ। ਤਾਂ ਇਹ 2 ਘਟਨਾਵਾਂ ਜਿਹੜੀਆਂ ਹੈਗੀਆਂ ਉੱਥੇ ਵਾਪਰੀਆਂ ਸੀ। ਤੇ ਵੱਡਾ ਸਵਾਲ ਇਹੀ ਹੁੰਦਾ ਵੀ ਕਿ ਇਹ ਘਟਨਾ ਨੂੰ ਲੈ ਕੇ ਜਿਹੜਾ ਹੈਗਾ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ ਤੇ 208 ਗਵਾਹਾਂ ਦੀ ਲਿਸਟ ਜਿਹੜਾ ਹੈਗਾ ਪੁਲਿਸ ਨੇ ਤਿਆਰ ਕਰਕੇ ਅਦਾਲਤ 'ਚ ਪੇਸ਼ ਕੀਤੀ ਹੈ। ਉੱਥੇ 171 ਦਸਤਾਵੇਜ਼ ਅਦਾਲਤ ਨੂੰ ਦਿਖਾਏ ਨੇ ਵੀ ਕਿ ਜਿਨ੍ਹਾਂ ਤੇ ਪੁੱਛਗਿੱਛ ਹੋਣੀ ਹੈ, ਜਿਨ੍ਹਾਂ ਤੇ ਜਿਹੜਾ ਹੈਗਾ ਬਹਿਸ ਹੋਣੀ ਹੈ, ਉਹਨਾਂ ਤੇ ਸੁਣਵਾਈ ਕੀਤੀ ਜਾਣੀ ਹੈ। ਇਸ ਦੇ ਨਾਲ ਹੀ 27 ਜਿਹੜਾ ਹੈਗਾ ਰਿਪੋਰਟਾਂ ਵੀ ਨੇ। ਤਾਂ ਇਸ ਤੋਂ ਬਾਅਦ ਸਾਰੇ ਚੀਜ਼ ਦੇ ਵਿੱਚ ਜਿਹੜਾ ਹੈਗਾ ਇਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਕਿ ਪੁਲਿਸ ਨੇ ਇਸ ਜਾਂਚ ਨੂੰ ਚਾਹੇ ਸਿੱਧੇ ਤੌਰ ਤੇ ਕਹਿ ਲਓ ਚਾਹੇ ਅਸਿੱਧੇ ਤੌਰ ਤੇ ਹੋਰ ਗੁੰਝਲਦਾਰ ਬਣਾਤਾ ਵੀ ਕਿ ਇੰਨੇ ਗਵਾਹਾਂ ਨੂੰ ਪਾ ਕੇ ਜਾਂ ਹੋਰ ਜਿਹੜਾ ਹੈਗਾ ਦਸਤਾਵੇਜ਼ਾਂ ਨੂੰ ਸ਼ਾਮਲ ਕਰਕੇ, ਜਦੋਂ ਕਿ ਪਰ ਲੋੜ ਇਹੀ ਬਣਦੀ ਹੈ, ਅਦਾਲਤ ਨੂੰ ਵੀ ਇਸ 'ਤੇ ਗੌਰ ਕਰਨੀ ਚਾਹੀਦੀ ਹੈ ਵੀ ਕਿ ਪੁਲਿਸ ਵੱਲੋਂ 208 ਗਵਾਹਾਂ ਨੂੰ 171 ਦਸਤਾਵੇਜ਼ਾਂ ਨੂੰ ਸ਼ਾਮਲ ਕੀਤਾ ਗਿਆ। ਕੀ ਆਖਿਰਕਾਰ ਇੰਨੇ ਗਵਾਹਾਂ ਦੀ ਉੱਥੇ ਲੋੜ ਸੀਗੀ? ਇਸ ਕੇਸ 'ਚ ਇੰਨੇ ਗਵਾਹਾਂ ਦੀ ਵਾਕਈ ਲੋੜ ਹੈ? ਜੇ ਨਹੀਂ ਲੋੜ ਤਾਂ ਗਵਾਹਾਂ ਦੀ ਗਿਣਤੀ ਘਟਾਈ ਜਾਣੀ ਚਾਹੀਦੀ ਹੈ, ਕਿਉਂਕਿ ਇਹਨਾਂ ਘਟਨਾਵਾਂ 'ਚ ਉੱਥੇ ਸੀਮਤ ਲੋਕ ਸੀਗੇ, ਸੀਮਤ ਲੋਕਾਂ ਨੂੰ ਹੀ ਜਿਹੜਾ ਹੈਗਾ ਉੱਥੇ ਗਵਾਹਾਂ ਦੇ ਤੌਰ ਤੇ ਸ਼ਾਮਲ ਕਰਨਾ ਚਾਹੀਦਾ। ਉਸ ਤੋਂ ਬਾਅਦ ਗੱਲ ਕਰੀਏ ਤਾਂ ਪੁਲਿਸ ਵੱਲੋਂ ਦਸਤਾਵੇਜ਼ਾਂ ਦੇ ਆਧਾਰ ਤੇ ਵੀ ਵੱਡੀ ਗਿਣਤੀ 'ਚ ਦਸਤਾਵੇਜ਼ ਜਿਹੜੇ ਨੇ ਉੱਥੇ ਜਾਂਚ ਦੇ ਵਿੱਚ ਸ਼ਾਮਲ ਕਰ ਦਿੱਤੇ ਜਾਂਦੇ ਨੇ, ਚਾਹੇ ਉਹ ਟੈਲੀਫੋਨ ਦੀਆਂ ਰਿਕਾਰਡਸ ਹੋਣ ਜਾਂ ਹੋਰ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਪੁਲਿਸ ਵੱਲੋਂ ਇਹਨਾਂ ਸਾਰਿਆਂ ਨੂੰ ਇੱਕ ਵੱਡੇ ਦਸਤਾਵੇਜ਼ਾਂ ਦੀ ਗਿਣਤੀ ਤਿਆਰ ਕਰ ਦਿੱਤੀ ਜਾਂਦੀ ਹੈ। ਜਦੋਂ ਕਿ ਲੋੜ ਇਹੀ ਬਣਦੀ ਹੈ ਪੁਲਿਸ ਨੂੰ ਦਸਤਾਵੇਜ਼ ਵੀ ਸੀਮਤ ਹੀ ਰੱਖਣੇ ਚਾਹੀਦੇ ਨੇ,
ਕਿਉਂਕਿ ਉਹ ਸਾਰੀ ਇਸ ਤਰ੍ਹਾਂ ਹੀ ਚੀਜ਼ਾਂ ਜਿਹੜਾ ਅੱਗੇ ਅਦਾਲਤਾਂ ਦੇ ਵਿੱਚ ਸੁਣਵਾਈ ਦੌਰਾਨ ਇੱਕ ਵੱਡੀ ਦਿੱਕਤ, ਇੱਕ ਵੱਡੀ ਸਮੱਸਿਆ ਜਿਹੜਾ ਹੈਗਾ ਬਣ ਸਕਦੀ ਹੈ। ਤੇ ਪਰ ਜੇ ਗੱਲ ਕਰੀਏ ਐਫਐਸਐਲ ਦੀਆਂ ਰਿਪੋਰਟਾਂ ਤੇ, ਤਾਂ ਰਿਪੋਰਟਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਰਿਪੋਰਟਾਂ ਵੱਖ-ਵੱਖ ਤੱਥਾਂ ਦੇ ਆਧਾਰ ਤੋਂ ਹੁੰਦੀਆਂ, ਉਹ ਲੋੜ ਅਨੁਸਾਰ ਜਾਂਚ ਕਰਵਾਈ ਹੁੰਦੀ ਹੈ, ਤਾਂ ਉਹਨਾਂ ਰਿਪੋਰਟਾਂ ਤੇ ਜਿਹੜਾ ਹੈਗਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਜੇ ਗੱਲ ਕਰੀਏ ਤਾਂ ਇਸ ਮਾਮਲੇ ਤੋਂ ਇਲਾਵਾ ਹੋਰ ਵੀ ਦੇਸ਼ ਦੇ ਵਿੱਚ ਵੱਡੀ ਗਿਣਤੀ 'ਚ ਮਾਮਲੇ ਅਦਾਲਤਾਂ 'ਚ ਸੁਣਵਾਈ ਅਧੀਨ ਨੇ, ਉਹਨਾਂ ਤੇ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੱਡੇ ਕੇਸ ਨੇ, ਤਾਂ ਉਹਨਾਂ ਵੱਡੇ ਕੇਸਾਂ ਦੀ ਪਹਿਲਾਂ ਤਾਂ ਐਫਆਈਆਰ ਹੀ ਬਹੁਤ ਵੱਡੀ ਹੋ ਜਾਂਦੀ ਹੈ, ਜਿਹੜਾ ਹੈਗਾ ਕਈ ਸਫ਼ਿਆਂ ਦੀ 10-10 20-20 ਸਫ਼ਿਆਂ ਦੀ ਜਿਹੜਾ ਐਫਆਈਆਰ ਤਿਆਰ ਹੋ ਜਾਂਦੀ ਹੈ। ਜੇ ਗੱਲ ਕਰੀਏ ਤਾਂ ਇਸ ਘਟਨਾ ਦੀ ਐਫਆਈਆਰ ਵੀ ਕੋਈ ਛੋਟੀ ਨਹੀਂ ਸੀ, ਬਹੁਤ ਵੱਡੀ ਐਫਆਈਆਰ ਸੀ। ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਅਦਾਲਤਾਂ 'ਚ ਚਲਾਨ ਪੇਸ਼ ਕੀਤਾ ਜਾਂਦਾ, ਚਲਾਨ ਵੀ ਹਜ਼ਾਰਾਂ ਸਫ਼ਿਆਂ ਦਾ ਚਲਾਨ ਹੁੰਦਾ, ਜੋ ਕਿ ਇੱਕ ਜਿਹੜਾ ਹੈਗਾ ਕੇਸ ਦੀ ਸੁਣਵਾਈ ਨੂੰ ਲੇਟ ਕਰਦਾ ਹੈ। ਇਨਸਾਫ ਲਈ ਜਿਹੜਾ ਪੀੜਤਾਂ ਨੂੰ ਇਨਸਾਫ ਲਈ ਇੱਕ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ। ਤਾਂ ਲੋੜ ਇਹੀ ਹੈ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਾਡੀ ਨਿਆਂਪਾਲਿਕਾ ਨੂੰ ਵੀ ਕਿ ਉਹ ਜਿਹੜਾ ਹੈਗਾ ਪੁਲਿਸ ਵੱਲੋਂ ਇੰਨਾ ਗੁੰਝਲਦਾਰ ਜਿਹੜੀ ਜਾਂਚ ਕੀਤੀ ਜਾਂਦੀ ਹੈ, ਇਸ ਨੂੰ ਥੋੜ੍ਹਾ ਜਿਹਾ ਸਿੱਧੇ ਢੰਗ ਨਾਲ ਜਾਂ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਕਿਉਂਕਿ ਜਦੋਂ ਗਵਾਹਾਂ ਦੀ ਗਿਣਤੀ ਸੀਮਤ ਕੀਤੀ ਜਾਵੇ, ਦਸਤਾਵੇਜ਼ਾਂ ਦੀ ਜਿਹੜਾ ਹੈਗਾ ਗਿਣਤੀ ਘਟਾਈ ਜਾ ਸਕਦੀ ਹੈ, ਤਾਂ ਉਹਨਾਂ ਨੂੰ ਘਟਾਉਣੀ ਚਾਹੀਦੀ ਹੈ। ਪਰ ਜੇ ਗੱਲ ਕਰੀਏ ਤਾਂ ਇਸ 'ਚ ਇੱਕ ਚੀਜ਼ ਹੋਰ ਵੀ ਨਿਕਲ ਕੇ ਆਉਂਦੀ ਹੈ, ਕਿਉਂਕਿ ਪੁਲਿਸ ਪ੍ਰਸ਼ਾਸਨ, ਡੀਜੀਪੀ ਇਹ ਹੁੰਦੇ ਆ ਗ੍ਰਹਿ ਵਿਭਾਗ ਦੇ ਅਧੀਨ, ਤਾਂ ਗ੍ਰਹਿ ਵਿਭਾਗ ਵੱਲੋਂ ਆਪਣੇ ਢੰਗ ਤਰੀਕੇ ਨਾਲ ਕੰਮ ਕੀਤਾ ਜਾਂਦਾ। ਜੇ ਦੂਜੇ ਪਾਸੇ ਗੱਲ ਕਰੀਏ ਜਿਹੜਾ ਹੈਗਾ ਅਦਾਲਤਾਂ ਦੇ ਵਿੱਚ ਕੰਮ ਕਰਨ ਵਾਲੇ ਵਕੀਲਾਂ ਦੀ, ਉੱਥੇ ਜਿਹੜਾ ਪ੍ਰੋਸਟੀਚਿਊਸ਼ਨ ਹੁੰਦਾ ਹੈ, ਉਹਨਾਂ ਦੀ ਸਾਰੀ ਚੀਜ਼ਾਂ ਦੀ ਗੱਲ ਕਰੀਏ ਤਾਂ ਉਹ ਸਾਰੀ ਚੀਜ਼ਾਂ ਆਉਂਦੀਆਂ ਕਾਨੂੰਨ ਵਿਭਾਗ ਦੇ ਅਧੀਨ। ਤਾਂ ਇਹ ਦੋਵੇਂ ਵਿਭਾਗ ਵੱਖੋ ਵੱਖਰੇ ਹੋਣ ਕਰਕੇ ਵੀ ਕਿਤੇ ਨਾ ਕਿਤੇ ਆਪਸ 'ਚ ਮਤਭੇਦ ਜਿਹੜਾ ਦਿਖਾਈ ਦਿੰਦੇ ਨੇ, ਜਦੋਂ ਕਿ ਲੋੜ ਇਹੀ ਹੁੰਦੀ ਹੈ ਵੀ ਕਿ ਇਹਨਾਂ ਦੋਵਾਂ ਵਿਭਾਗਾਂ ਵੱਲੋਂ ਨਾਲ ਸੰਬੰਧਿਤ, ਚਾਹੇ ਪੁਲਿਸ ਹੋਵੇ ਚਾਹੇ ਸਰਕਾਰੀ ਵਕੀਲ ਹੋਣ, ਉਹਨਾਂ ਵੱਲੋਂ ਆਪਸ 'ਚ ਮਿਲ ਕੇ ਜਿਹੜਾ ਹੈਗਾ ਅਦਾਲਤਾਂ 'ਚ ਕੇਸਾਂ ਦੀ ਸੁਣਵਾਈ ਕਰਨੀ ਹੁੰਦੀ ਹੈ, ਕੇਸਾਂ ਦੀ ਪੈਰਵੀ ਕਰਨੀ ਹੁੰਦੀ ਹੈ। ਤਾਂ ਲੋੜ ਇਹ ਵੀ ਹੈ ਵੀ ਕਿ ਇਹ ਦੋਨੋਂ ਵਿਭਾਗਾਂ ਦੇ ਜਿਹੜੇ ਹੈਗੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਵਕੀਲਾਂ ਨੂੰ ਵੀ ਜਿਹੜਾ ਹੈਗਾ ਇਕੱਠੇ ਇੱਕ ਵਿਭਾਗ 'ਚ ਕਰਨਾ ਚਾਹੀਦਾ, ਜਾਂ ਇਹਨਾਂ ਦਾ ਆਪਸੀ ਤਾਲਮੇਲ ਇੰਨਾ ਕੁ ਵਧਾਉਣਾ ਚਾਹੀਦਾ, ਤਾਂ ਜੋ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਕਰਕੇ ਕੇਸਾਂ ਦੀ ਸੁਣਵਾਈ ਹੈ ਤਾਂ ਲੰਬੀ ਹੁੰਦੀ ਹੈ, ਜਾਂ ਸੁਣਵਾਈ ਪ੍ਰਭਾਵਿਤ ਹੁੰਦੀ ਹੈ, ਉਸ ਪ੍ਰਭਾਵਿਤ ਨਾ ਹੋਵੇ, ਉਹ ਜਾਂਚ ਜਿਹੜੀ ਹੈਗੀ ਹੈ ਵਧੀਆ ਢੰਗ ਤਰੀਕੇ ਨਾਲ ਹੋਵੇ, ਅਤੇ ਅਦਾਲਤਾਂ 'ਚ ਜਿਹੜਾ ਪੱਖ ਹੈਗਾ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਵਕੀਲ ਰੱਖ ਸਕਣ, ਅਤੇ ਉਸ ਤੋਂ ਬਾਅਦ ਜਿਹੜਾ ਇਨਸਾਫ ਵੀ ਲੋਕਾਂ ਨੂੰ ਮਿਲ ਸਕੇ। ਤਾਂ ਇਸ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਪਰ ਵੱਡੀ ਗੱਲ ਇਹੀ ਨਿਕਲ ਕੇ ਆਉਂਦੀ ਹੈ ਵੀ ਕਿ ਲਖੀਮਪੁਰ ਖੀਰੀ ਘਟਨਾ 'ਚ ਪਹਿਲਾਂ ਤਾਂ ਜਿਹੜਾ ਹੈਗਾ ਆਸ਼ੀਸ਼ ਮਿਸ਼ਰਾ ਨੂੰ ਨਾਮਜ਼ਦ ਕਰਵਾਉਣ ਲਈ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਸੰਘਰਸ਼ ਕਰਨਾ ਪਿਆ। ਤਾਂ ਹੁਣ ਚੀਜ਼ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਕਿ ਜਿੱਥੇ ਆਸ਼ੀਸ਼ ਮਿਸ਼ਰਾ ਨੂੰ ਨਾਮਜ਼ਦ ਕਰਾਉਣ ਲਈ ਇੰਨਾ ਸੰਘਰਸ਼ ਕਰਨਾ ਪਿਆ, ਤਾਂ ਉੱਥੇ ਇਨਸਾਫ ਲਈ ਵੀ ਜਿਹੜਾ ਹੈਗਾ ਪੀੜਤਾਂ ਨੂੰ ਇੱਕ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਅਦਾਲਤ ਨੇ ਜਿਹੜਾ ਹੈਗਾ ਵਧੀਕ ਸੈਸ਼ਨ ਜੱਜ ਨੇ ਕਹਿਤਾ ਵੀ ਕਿ 5 ਸਾਲਾਂ ਦਾ ਸਮਾਂ ਲੱਗ ਸਕਦਾ ਵੀ ਕਿ ਹੁਣ ਦੇਖਣਾ ਇਹੀ ਹੋਵੇਗਾ ਅਦਾਲਤ ਇਸ ਕੇਸ 'ਤੇ ਸੁਣਵਾਈ ਕਿੰਨੇ ਸਮੇਂ 'ਚ ਕਰਦੀ ਹੈ, ਪੀੜਤਾਂ ਨੂੰ ਇਨਸਾਫ ਕਿੰਨੇ ਸਮੇਂ 'ਚ ਮਿਲਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਲਗਾਤਾਰ ਜਨਤਕ ਮਸਲਿਆਂ ਨੂੰ, ਜਨਤਕ ਮੁੱਦਿਆਂ ਨੂੰ ਲੈ ਕੇ ਆਉਂਦਾ ਰਹੇਗਾ, ਤੁਹਾਡੇ ਅੱਗੇ ਉਭਾਰਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।